ਹਾਲੇਲੂਇਆ। ਪ੍ਰੇਜ਼ ਦ ਲਾਰਡ। ਖੁਦਾ ਦਾ ਸ਼ੁਕਰ, ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਚੰਗੇ ਸਮੇਂ ਦੇ ਲਈ ਜੋ ਖੁਦਾ ਨੇ ਸਾਡੀਆਂ ਜ਼ਿੰਦਗੀਆਂ 'ਚ ਦਿੱਤਾ ਕਿ ਅਸੀਂ ਖੁਦਾ ਦੇ ਵਚਨ ਦੇ ਵਿੱਚੋਂ ਕੁਝ ਗੱਲਾਂ ਨੂੰ ਸਿੱਖ ਸਕੀਏ। ਆਓ ਅਸੀਂ ਦੇਖਾਂਗੇ ਯਰਮੀਆ ਨਬੀ ਦੀ ਕਿਤਾਬ, ਉਸ ਦਾ 23 ਅਧਿਆਏ ਔਰ ਉਸ ਦੀ 36 ਆਇਤ ਨੂੰ ਦੇਖਾਂਗੇ। ਯਹੋਵਾ ਦੇ ਭਾਰ ਦਾ ਤੁਸੀਂ ਫਿਰ ਚੇਤਾ ਨਾ ਕਰੋਗੇ। ਯਹੋਵਾ ਦੇ ਭਾਰ ਦਾ ਤੁਸੀਂ ਫਿਰ ਚੇਤਾ ਨਾ ਕਰੋਗੇ, ਕਿਉਂ ਜੋ ਯਹੋਵਾ ਦਾ ਭਾਰ ਯਹੋਵਾ ਦਾ ਭਾਰ ਹਰ ਮਨੁੱਖ ਦੀ ਆਪਣੀ ਗੱਲ ਹੈ। ਹਰ ਮਨੁੱਖ ਦੀ ਆਪਣੀ ਗੱਲ ਹੈ। ਤੁਸੀਂ ਜਿਉਂਦੇ ਪਰਮੇਸ਼ਰ ਸੈਨਾ ਦੇ ਯਹੋਵਾ ਸਾਡੇ ਪਰਮੇਸ਼ਰ ਦਾ ਵਚਨ ਵਿਗਾੜ ਦਿੱਤਾ ਹੈ। ਤੁਸੀਂ ਜਿਉਂਦੇ ਪਰਮੇਸ਼ਰ ਸੈਨਾ ਦੇ ਯਹੋਵਾ ਸਾਡੇ ਪਰਮੇਸ਼ਰ ਦਾ ਵਚਨ ਕੀ ਕਰ ਦਿੱਤਾ ਹੈ? ਵਿਗਾੜ ਦਿੱਤਾ ਹੈ। ਯਰਮੀਆ ਨਬੀ ਇਸ ਜਗ੍ਹਾ ਤੇ ਸਿਖਾ ਰਿਹਾ ਹੈ ਕਿ ਪਰਮੇਸ਼ਰ ਦੇ ਵਚਨ ਨੂੰ ਵਿਗਾੜ ਦਿੱਤਾ ਗਿਆ ਹੈ। ਉਸ ਸਮੇਂ ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਐਸੇ ਲੋਕ ਉੱਠੇ ਜਿਨ੍ਹਾਂ ਨੇ ਖੁਦਾ ਦੀ ਬਾਣੀ ਨੂੰ ਵਿਗਾੜ ਦਿੱਤਾ। ਜੇ ਅਸੀਂ ਅੱਜ ਦੇ ਸਮੇਂ ਦੇ ਵਿੱਚ ਦੇਖਦੇ ਹਾਂ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ ਹੈ। ਖੁਦਾ ਦਾ ਵਚਨ ਜਿਸ ਤਰ੍ਹਾਂ ਕਹਿੰਦਾ ਹੈ, ਖੁਦਾ ਦਾ ਵਚਨ ਜਿਸ ਤਰ੍ਹਾਂ ਬੋਲਦਾ ਹੈ, ਖੁਦਾ ਦਾ ਵਚਨ ਜੋ ਦੱਸਦਾ ਹੈ ਉਹ ਬੋਲਿਆ ਨਹੀਂ ਜਾ ਰਿਹਾ। ਖੁਦਾਵੰਦ ਖੁਦਾ ਦੇ ਵਚਨ ਨੂੰ ਵਿਗਾੜ ਦਿੱਤਾ ਗਿਆ। ਇਸ ਜਗ੍ਹਾ ਤੇ ਯਰਮੀਆ ਕੀ ਕਹਿੰਦਾ? ਤੁਸੀਂ ਜਿਉਂਦੇ ਪਰਮੇਸ਼ਰ ਸੈਨਾ ਦੇ ਯਹੋਵਾ ਸਾਡੇ ਪਰਮੇਸ਼ਰ ਦੇ ਵਚਨ ਨੂੰ ਕੀ ਕਰ ਦਿੱਤਾ ਹੈ? ਵਿਗਾੜ ਦਿੱਤਾ ਹੈ। ਕਿਸ ਤਰ੍ਹਾਂ ਵਿਗਾੜ ਦਿੱਤਾ ਹੈ? ਆਓ ਅਸੀਂ ਕੁਝ ਹੋਰ ਆਇਤਾਂ ਨੂੰ ਦੇਖਾਂਗੇ। ਅਸੀਂ ਦੀ 16 ਆਇਤ ਨੂੰ ਪੜਾਂਗੇ। ਸੈਨਾ ਦਾ ਯਹੋਵਾ ਇਉਂ ਆਖਦਾ ਹੈ ਕਿ ਸੈਨਾ ਦਾ ਯਹੋਵਾ ਇਸ ਤਰ੍ਹਾਂ ਆਖਦਾ ਆ, ਤੁਸੀਂ ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ। ਤੁਸੀਂ ਉਹਨਾਂ ਨਬੀਆਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਤੁਹਾਡੇ ਲਈ ਅਗੰਮ ਵਾਕ ਬੋਲਦੇ ਹਨ। ਜਿਹੜੇ ਤੁਹਾਡੇ ਲਈ ਅਗੰਮ ਵਾਕ ਬੋਲਦੇ ਹਨ। ਉਹ ਵਿਅਰਥ ਦੱਸਦੇ ਹਨ। ਲਿਖਿਆ ਉਹ ਵਿਅਰਥ ਦੱਸਦੇ ਨੇ। ਉਹ ਆਪਣੇ ਦਿਲ ਦੇ ਦਰਸ਼ਨ ਦੱਸਦੇ ਹਨ। ਉਹ ਆਪਣੇ ਦਿਲ ਦੇ ਦਰਸ਼ਨ ਦੱਸਦੇ ਹਨ। ਉਹ ਯਹੋਵਾ ਦੇ ਮੂੰਹੋਂ ਨਹੀਂ ਬੋਲਦੇ ਹਨ। ਉਹ ਯਹੋਵਾ ਦੇ ਮੂੰਹੋਂ ਨਹੀਂ ਬੋਲਦੇ। ਲਿਖਿਆ ਤੁਸੀਂ ਉਹਨਾਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਆਪਣੇ ਦਿਲ ਦੇ ਦਰਸ਼ਨ ਦੱਸਦੇ ਨੇ। ਤੇ ਫਿਰ ਸੁਣਨਾ ਹੈ ਉਹ ਜੋ ਪਰਮੇਸ਼ਰ ਦਾ ਵਚਨ ਕਹਿੰਦਾ ਹੈ। ਲਿਖਿਆ ਤੁਸੀਂ ਉਹਨਾਂ ਦੀਆਂ ਗੱਲਾਂ ਨਾ ਸੁਣੋ ਜਿਹੜੇ ਆਪਣੇ ਮਨ ਦੀਆਂ ਗੱਲਾਂ ਕਰਦੇ ਨੇ, ਆਪਣੇ ਦਿਲ ਦੀਆਂ ਗੱਲਾਂ ਦੱਸਦੇ ਨੇ। ਖੁਦਾ ਦੀ ਬਾਣੀ ਦੇ ਵਿੱਚ ਕੀ ਲਿਖਿਆ? ਤੇ 21 ਆਇਤ ਨੂੰ ਪੜਾਂਗੇ। ਮੈਂ ਇਹਨਾਂ ਨਬੀਆਂ ਨੂੰ ਨਹੀਂ ਘੱਲਿਆ। ਖੁਦਾ ਦਾ ਵਚਨ ਕੀ ਕਹਿੰਦਾ? ਕਹਿੰਦਾ ਮੈਂ ਇਹਨਾਂ ਨਬੀਆਂ ਨੂੰ ਨਹੀਂ ਘੱਲਿਆ। ਤਦ ਵੀ ਉਹ ਦੌੜੇ ਫਿਰਦੇ ਹਨ। ਤਦ ਵੀ ਕੀ ਕਰਦੇ ਨੇ? ਉਹ ਦੌੜੇ ਫਿਰਦੇ ਨੇ। ਮੈਂ ਨਹੀਂ ਘੱਲਿਆ। ਪਰਮੇਸ਼ਰ ਦਾ ਵਚਨ ਕਹਿੰਦਾ ਕਿਉਂ ਨਹੀਂ ਘੱਲਿਆ? ਕਿਉਂਕਿ ਖੁਦਾ ਦਾ ਦਿੱਤਾ ਹੋਇਆ ਵਚਨ ਨਹੀਂ ਸੁਣਾ ਰਹੇ। ਜੋ ਪਰਮੇਸ਼ਰ ਦੀ ਦਿੱਤੀ ਹੋਈ ਬਾਣੀ ਉਹ ਨਹੀਂ ਸੁਣਾ ਰਹੇ। ਪਰਮੇਸ਼ਰ ਕਹਿੰਦਾ ਮੈਂ ਇਹਨਾਂ ਨਬੀਆਂ ਨੂੰ ਨਹੀਂ ਘੱਲਿਆ, ਤਦ ਵੀ ਉਹ ਦੌੜੇ ਫਿਰਦੇ ਹਨ। ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ। ਖੁਦਾ ਕਹਿੰਦਾ ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ, ਤਦ ਵੀ ਉਹ ਅਗੰਮ ਵਾਕ ਬੋਲਦੇ ਹਨ। ਫਿਰ ਵੀ ਉਹ ਅਗੰਮ ਵਾਕ ਬੋਲਦੇ ਹਨ। ਪਰ ਜੇ ਉਹ ਮੇਰੀ ਸੰਗਤ ਵਿੱਚ ਖਲੋਂਦੇ, ਜੇ ਕਿਤੇ ਇਹ ਨਬੀ ਮੇਰੀ ਸੰਗਤ ਦੇ ਵਿੱਚ ਖਲੋਂਦੇ, ਉਹ ਮੇਰੀਆਂ ਗੱਲਾਂ ਮੇਰੀ ਪ੍ਰਜਾ ਨੂੰ ਸੁਣਾਉਂਦੇ। ਹਾਲੇਲੂਇਆ। ਫਿਰ ਕਹਿੰਦਾ ਮੇਰੀਆਂ ਗੱਲਾਂ ਮੇਰੀ ਪ੍ਰਜਾ ਨੂੰ ਕੀ ਕਰਦੇ? ਸੁਣਾਉਂਦੇ। ਖੁਦਾ ਦੇ ਸੇਵਕ ਦਾ ਕੰਮ ਕੀ ਹੈ? ਪਰਮੇਸ਼ਵਰ ਦੀਆਂ ਗੱਲਾਂ ਖੁਦਾ ਦੇ ਲੋਕਾਂ ਨੂੰ ਸੁਣਾਉਣਾ, ਨਾ ਕਿ ਆਪਣੀਆਂ। ਪੌਲੁਸ ਰਸੂਲ ਤਿਮੋਥੀਉਸ ਨੂੰ ਕਹਿੰਦਾ ਐਸਾ ਸਮਾਂ ਆਏਗਾ ਲੋਕ ਪਰਮੇਸ਼ਵਰ ਦੇ ਵਚਨ ਤੋਂ ਮਨ ਫੇਰ ਕੇ ਖਿਆਲੀ ਕਹਾਣੀਆਂ ਦੇ ਵੱਲ ਮਨ ਲਗਾਉਣਗੇ। ਖੁਦਾ ਦਾ ਵਚਨ ਇੱਥੇ ਕਹਿੰਦਾ ਜੇ ਇਹ ਨਬੀ ਮੇਰੀ ਸੰਗਤ ਵਿੱਚ ਹੁੰਦੇ, ਜੇ ਨਬੀ ਮੇਰੇ ਕੋਲ ਖਲੋਂਦੇ ਤੇ ਫਿਰ ਇਹ ਮੇਰੀਆਂ ਗੱਲਾਂ ਮੇਰੇ ਲੋਕਾਂ ਨੂੰ ਦੱਸਦੇ। ਹਾਂਜੀ ਪੜੋ ਅੱਗੇ। ਅਤੇ ਉਹ ਉਹਨਾਂ ਨੂੰ ਬੁਰੀਆਂ ਰਾਹਾਂ ਤੋਂ ਔਰ ਉਹਨਾਂ ਦੀਆਂ ਬੁਰੀਆਂ ਕਰਤੂਤਾਂ ਤੋਂ ਮੋੜਦੇ। ਉਹਨਾਂ ਨੂੰ ਬੁਰੇ ਰਾਹਾਂ ਤੋਂ ਤੇ ਬੁਰੀਆਂ ਕਰਤੂਤਾਂ ਤੋਂ ਮੋੜਦੇ। ਖੁਦਾਵੰਦ ਖੁਦਾ ਦੇ ਸੇਵਕ ਦਾ ਕੰਮ ਹੈ, ਪਰਮੇਸ਼ਰ ਦੇ ਸੇਵਕ ਦਾ ਕੰਮ ਹੈ ਲੋਕਾਂ ਨੂੰ ਬੁਰੀਆਂ ਰਾਹਾਂ ਤੋਂ ਮੋੜਨਾ, ਗਲਤ ਰਾਹਾਂ ਤੋਂ ਮੋੜਨਾ, ਉਹਨਾਂ ਨੂੰ ਖੁਦਾ ਦੇ ਵੱਲ ਲੈ ਕੇ ਆਉਣਾ, ਪਰਮੇਸ਼ਰ ਦੇ ਵੱਲ ਲੈ ਕੇ ਆਉਣਾ, ਸੱਚਾਈ ਦੇ ਵੱਲ ਲੈ ਕੇ ਆਉਣਾ, ਹਨੇਰੇ ਦੇ ਵਿੱਚੋਂ ਕੱਢਣਾ ਤੇ ਚਾਨਣ ਦੇ ਵਿੱਚ ਲੈ ਕੇ ਆਉਣਾ। ਹਾਲੇਲੂਇਆ। ਅੱਜ ਦੇ ਸਮੇਂ ਦੇ ਵਿੱਚ ਚਾਨਣ ਦੀ ਗੱਲ ਨਹੀਂ ਹੋ ਰਹੀ। ਅੱਜ ਦੇ ਸਮੇਂ ਦੇ ਵਿੱਚ ਸੱਚਾਈ ਦੇ ਪਿੱਛੇ ਨਹੀਂ ਲਗਾਇਆ ਜਾ ਰਿਹਾ। ਅੱਜ ਦੇ ਸਮੇਂ ਦੇ ਵਿੱਚ ਮਨ ਦੀਆਂ ਘੜਤ ਗੱਲਾਂ ਕਹੀਆਂ ਜਾ ਰਹੀਆਂ ਨੇ। ਮਨ ਦੀਆਂ ਗੱਲਾਂ ਕਹਿ ਕੇ ਲੋਕਾਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਮੈਨੂੰ ਪਰਮੇਸ਼ਰ ਨੇ ਇਸ ਤਰ੍ਹਾਂ ਕਿਹਾ, ਮੈਨੂੰ ਆਤਮਾ ਨੇ ਇਸ ਤਰ੍ਹਾਂ ਕਿਹਾ। ਅੱਜ ਖੁਦਾ ਦਾ ਵਚਨ ਨਹੀਂ, ਮੇਰੀਆਂ ਭਵਿੱਖਬਾਣੀਆਂ ਸੁਣਾਈਆਂ ਜਾ ਰਹੀਆਂ ਨੇ, ਮੇਰੀਆਂ ਗੱਲਾਂ ਸੁਣਾਈਆਂ ਜਾ ਰਹੀਆਂ ਨੇ। ਖੁਦਾ ਦਾ ਵਚਨ ਕਹਿੰਦਾ ਮੈਂ ਐਸੇ ਨਬੀਆਂ ਨੂੰ ਨਹੀਂ ਚੁਣਿਆ
ਜਿਹੜੇ ਆਪਣੇ ਮਨ ਦੀਆਂ ਗੱਲਾਂ ਕਰਦੇ ਨੇ। ਅਸੀਂ ਪੜਾਂਗੇ 28 ਤੇ 29 ਆਇਤ ਨੂੰ। ਉਹ ਨਬੀ ਜਿਹਦੇ ਕੋਲ ਸੁਪਨਾ ਹੈ ਉਹ ਸੁਪਨਾ ਦੱਸੇ, ਅਤੇ ਜਿਹਦੇ ਕੋਲ ਮੇਰਾ ਵਚਨ ਹੈ ਉਹ ਇਮਾਨਦਾਰੀ ਨਾਲ ਮੇਰਾ ਵਚਨ ਬੋਲੇ। ਜਿਹਦੇ ਕੋਲ ਵਚਨ ਹੈ ਇਮਾਨਦਾਰੀ ਨਾਲ ਵਚਨ ਬੋਲਣਾ ਹੈ। ਜੇ ਖੁਦਾਵੰਦ ਖੁਦਾ ਨੇ ਸਾਡੀ ਡਿਊਟੀ ਲਾਈ ਹੈ ਕਿ ਅਸੀਂ ਖੁਦਾ ਦੇ ਵਚਨ ਨੂੰ ਸਿਖਾਈਏ, ਤੇ ਪਰਮੇਸ਼ਰ ਦਾ ਵਚਨ ਫਿਰ ਇੱਕ ਮੰਗ ਕਰਦਾ ਹੈ ਵਚਨ ਸਿਖਾਇਆ ਜਾਵੇ, ਤੇ ਸਿਖਾਇਆ ਵੀ ਕਿੱਦਾਂ ਜਾਵੇ? ਇਮਾਨਦਾਰੀ ਦੇ ਨਾਲ। ਹਾਲੇਲੂਇਆ। ਜਿਹਦੇ ਕੋਲ ਵਚਨ ਹੈ ਉਹ ਇਮਾਨਦਾਰੀ ਦੇ ਨਾਲ ਵਚਨ ਸੁਣਾਵੇ। ਹਾਂਜੀ। ਤੂੜੀ ਦਾ ਕਣਕ ਨਾਲ ਮੇਲ। ਤੂੜੀ ਦਾ ਕਣਕ ਨਾਲ ਕੀ ਮੇਲ ਹੈ? ਯਹੋਵਾ ਦਾ ਵਾਕ ਹੈ। ਇਹ ਖੁਦਾ ਦਾ ਵਾਕ ਹੈ ਕਿ ਮੇਰਾ ਵਚਨ ਅੱਗ ਵਾਂਗੂ ਨਹੀਂ। ਮੇਰਾ ਵਚਨ ਅੱਗ ਵਾਂਗੂ ਨਹੀਂ। ਯਹੋਵਾ ਦਾ ਵਾਕ ਹੈ। ਯਹੋਵਾ ਦਾ ਵਾਕ ਹੈ ਕਿ ਵਦਾਨ ਵਾਂਗੂ। ਕੀ ਵਦਾਨ ਵਾਂਗੂ? ਜਿਹੜਾ ਚਟਾਨ ਨੂੰ ਚੂਰ ਨੂੰ ਕੀ ਕਰ ਦਿੰਦਾ ਹੈ? ਚੂਰ ਕਰ ਦਿੰਦਾ ਹੈ। ਖੁਦਾ ਦਾ ਵਚਨ ਅੱਗ ਦੀ ਨਿਆਈ ਹੈ, ਇੱਕ ਹਥੌੜੇ ਦੀ ਨਿਆਈ ਹੈ ਜਿਹੜਾ ਚੂਰ ਕਰ ਦਿੰਦਾ ਹੈ। ਜਦੋਂ ਖੁਦਾ ਦਾ ਵਚਨ ਬੋਲਿਆ ਜਾਂਦਾ ਹੈ ਦਿਲ ਸਿੱਧ ਜਾਣੇ ਚਾਹੀਦੇ ਨੇ। ਜਦੋਂ ਖੁਦਾ ਦਾ ਵਚਨ ਬੋਲਿਆ ਜਾਣਾ ਚਾਹੀਦਾ, ਬੰਦੇ ਨੂੰ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਮੇਰੀ ਜ਼ਿੰਦਗੀ, ਮੇਰੇ ਜੀਵਨ ਦੇ ਵਿੱਚ ਪਾਪ ਹੈ। ਪਤਰਸ ਨੇ ਜਦੋਂ ਪਹਿਲੀ ਵਾਰੀ ਪ੍ਰਚਾਰ ਕੀਤਾ 3000 ਲੋਕਾਂ ਨੇ ਤੋਬਾ ਕੀਤੀ, 3000 ਲੋਕਾਂ ਨੇ ਬਪਤਿਸਮਾ ਲਿਆ, ਚਿल्ला ਉੱਠੇ, ਰੋਣ ਲੱਗ ਪਏ, ਚੇਲਿਆਂ ਨੂੰ ਕਹਿਣ ਲੱਗੇ ਦੱਸੋ ਫਿਰ ਅਸੀਂ ਕੀ ਕਰੀਏ। ਕੀ ਉੱਥੇ ਬਰਕਤਾਂ ਦਾ ਪ੍ਰਚਾਰ ਕੀਤਾ ਸੀ? ਸ਼ਰੇਆਮ ਪਤਰਸ ਨੇ ਕਿਹਾ ਸੀ ਤੁਸੀਂ ਗੁਨਹਗਾਰ ਹੋ। ਯਿਸੂ ਮਸੀਹ ਨੂੰ ਸੂਲੀ ਉੱਤੇ ਚੜਾਇਆ, ਹਥੌੜੇ ਦੀ ਨਿਆਈ ਵਚਨ ਨੇ ਕਾਰੇ ਕੀਤਾ, ਅੱਗ ਦੀ ਨਿਆਈ ਵਚਨ ਨੇ ਕਾਰੇ ਕੀਤਾ, ਹਥੌੜੇ ਦੀ ਨਿਆਈ ਕਾਰੇ ਕੀਤਾ, ਟੁੱਟ ਗਏ। ਕਹਿਣ ਲੱਗੇ ਹੁਣ ਦੱਸੋ ਅਸੀਂ ਕੀ ਕਰੀਏ। ਖੁਦਾ ਦਾ ਵਚਨ ਇੱਕ ਹਥੌੜੇ ਦੀ ਨਿਆਈ ਕੰਮ ਕਰਦਾ ਹੈ। ਜਦੋਂ ਬੋਲਿਆ ਜਾਵੇ ਤੇ ਲੋਕਾਂ ਦੇ ਦਿਲ ਸਿੱਧ ਜਾਣ। ਇਹ ਹੈ ਪਰਮੇਸ਼ਰ ਦਾ ਵਚਨ। ਅੱਜ ਖੁਦਾ ਦੀ ਬਾਣੀ ਨੂੰ ਪ੍ਰਚਾਰ ਨਹੀਂ ਕੀਤਾ ਜਾ ਰਿਹਾ, ਖਿਆਲੀ ਕਹਾਣੀਆਂ। ਪੌਲੁਸ ਰਸੂਲ ਤਿਮੋਥੀਉਸ ਨੂੰ ਕਹਿੰਦਾ ਲੋਕ ਖਿਆਲੀ ਕਹਾਣੀਆਂ ਵੱਲ ਮਨ ਲਗਾਉਣਗੇ। ਅੱਜ ਪਰਮੇਸ਼ਰ ਦਾ ਆਤਮਾ ਕਹਿ ਰਿਹਾ ਪਰਮੇਸ਼ਰ ਮੈਨੂੰ ਇਸ ਤਰ੍ਹਾਂ ਕਹਿ ਰਿਹਾ, ਉਹ ਗੱਲਾਂ ਕੀਆਂ ਜਿਹੜੀਆਂ ਜੋ ਖੁਦਾ ਨੇ ਕਿਹਾ ਹੈ ਉਹ ਨਹੀਂ ਸਿਖਾਇਆ ਜਾ ਰਿਹਾ। ਆਓ ਅਸੀਂ ਹੋਰ ਆਇਤ ਨੂੰ ਪੜਾਂਗੇ, 31 ਤੇ 32 ਆਇਤ ਨੂੰ ਪੜਾਂਗੇ। ਵੇਖੋ ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ। ਖੁਦਾ ਦਾ ਵਚਨ ਕੀ ਕਹਿੰਦਾ? ਕਹਿੰਦਾ ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ। ਯਹੋਵਾ ਦਾ ਵਾਕ ਹੈ। ਯਹੋਵਾ ਦਾ ਵਾਕ ਹੈ ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ, ਜਿਹੜੇ ਆਪਣੀਆਂ ਜੀਭਾਂ ਨੂੰ ਵਰਤਦੇ ਅਤੇ ਕਹਿੰਦੇ ਨੇ ਯਹੋਵਾ ਦਾ ਵਾਕ, ਤੇ ਕਹਿੰਦੇ ਇਹ ਨੇ ਕਿ ਖੁਦਾ ਨੇ ਮੈਨੂੰ ਕਿਹਾ ਯਹੋਵਾ ਦਾ ਵਾਕ ਹੈ। ਵੇਖੋ ਮੈਂ ਝੂਠੇ ਸੁਪਨਿਆਂ ਤੇ ਅਗੰਮ ਵਾਚਨ ਵਾਲਿਆਂ ਦੇ ਵਿਰੁੱਧ ਹਾਂ। ਝੂਠੇ ਸੁਪਨਿਆਂ ਤੇ ਅਗੰਮ ਵਾਚਨ ਵਾਲਿਆਂ ਦੇ ਵਿਰੁੱਧ ਹਾਂ। ਯਹੋਵਾ ਦਾ ਵਾਕ ਹੈ। ਯਹੋਵਾ ਦਾ ਵਾਕ ਹੈ ਜਿਹੜੇ ਉਹਨਾਂ ਨੂੰ ਦੱਸਦੇ ਅਤੇ ਮੇਰੀ ਪ੍ਰਜਾ ਨੂੰ ਆਪਣੀਆਂ ਝੂਠਿਆਂ ਅਤੇ ਫੋਕੀ ਘਮੰਡ ਨਾਲ ਕੁਰਾਹੇ ਪਾਉਂਦੇ ਹਨ। ਹਾਂਜੀ। ਪਰ ਨਾ ਮੈਂ ਉਹਨਾਂ ਨੂੰ ਘੱਲਿਆ, ਨਾ ਖੁਦਾ ਕਹਿੰਦਾ ਮੈਂ ਇਹਨਾਂ ਨੂੰ ਘੱਲਿਆ ਜੇ, ਨਾ ਉਹਨਾਂ ਨੂੰ ਹੁਕਮ ਦਿੱਤਾ, ਨਾ ਮੈਂ ਉਹਨਾਂ ਨੂੰ ਹੁਕਮ ਦਿੱਤਾ, ਨਾ ਹੀ ਇਸ ਪ੍ਰਜਾ ਨੂੰ ਕੋਈ ਲਾਭ ਪਹੁੰਚਾਉਂਦੇ ਹਨ। ਨਾ ਤੇ ਇਹਨਾਂ ਨੂੰ ਮੈਂ ਘੱਲਿਆ, ਨਾ ਇਹਨਾਂ ਨੂੰ ਕੋਈ ਹੁਕਮ ਦਿੱਤਾ, ਤੇ ਨਾ ਹੀ ਮੇਰੇ ਲੋਕਾਂ ਨੂੰ ਕੋਈ ਲਾਭ ਪਹੁੰਚਾਉਂਦੇ ਨੇ। ਪਰਮੇਸ਼ਰ ਦਾ ਵਚਨ ਹੈ, ਖੁਦਾ ਦਾ ਵਾਕ ਹੈ। ਮੈਂ ਇਹਨਾਂ ਦੇ ਵਿਰੁੱਧ ਹਾਂ ਕਿਉਂਕਿ ਇਹਨਾਂ ਦੀਆਂ ਗੱਲਾਂ ਦੇ ਦੁਆਰਾ ਆਤਮਿਕਤਾ ਦੇ ਵਿੱਚ ਇਹਨਾਂ ਨੂੰ ਕੋਈ ਲਾਭ ਨਹੀਂ ਮਿਲਦਾ। ਤੁਹਾਡਾ ਤੇ ਮੇਰਾ ਕੰਮ ਹੈ ਕਿ ਅਸੀਂ ਲੋਕਾਂ ਨੂੰ ਆਤਮਿਕਤਾ ਦੇ ਵਿੱਚ, ਸਪਿਰਿਚੁਅਲਿਟੀ ਦੇ ਵਿੱਚ ਹੋਰ ਉੱਪਰ ਲੈ ਕੇ ਚੱਲੀਏ। ਖੁਦਾ ਦੇ ਲਈ ਇੱਕ ਦੁਲਹਨ ਨੂੰ ਤਿਆਰ ਕਰਨ ਦਾ ਕੰਮ ਹੈ, ਨਾ ਕਿ ਆਪਣੇ ਮਨ ਦੀਆਂ ਗਲਤ ਗੱਲਾਂ, ਆਪਣੇ ਮਨ ਦੀਆਂ ਕਹਾਣੀਆਂ। ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਮਨ ਘੜਤ ਕਹੀ ਰਹੇ, ਤੁੱਕੇ ਲਾਈ ਜਾ ਰਹੇ ਆ, ਇੱਧਰ ਉੱਧਰ ਦੀਆਂ ਗੱਲਾਂ ਕਹੀ ਜਾ ਰਹੇ ਆ, ਜਿਨ੍ਹਾਂ ਦਾ ਕਲੀਸਿਆ ਦੇ ਨਾਲ ਕੋਈ ਮਤਲਬ ਨਹੀਂ, ਜਿਨ੍ਹਾਂ ਗੱਲਾਂ ਦੇ ਨਾਲ ਕਲੀਸਿਆ ਦੀ ਕੋਈ ਤਰੱਕੀ ਨਹੀਂ, ਜਿਨ੍ਹਾਂ ਗੱਲਾਂ ਦੇ ਨਾਲ ਕਲੀਸਿਆ ਦੇ ਵਿੱਚ ਕੋਈ ਉન્નਤੀ ਨਹੀਂ ਹੋ ਰਹੀ। ਐਸੀਆਂ ਗੱਲਾਂ ਜੋ ਸੰਸਾਰਿਕ ਗੱਲਾਂ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ। ਖੁਦਾ ਦਾ ਵਚਨ ਕਹਿੰਦਾ ਮੈਂ ਇਹਨਾਂ ਨੂੰ ਨਹੀਂ ਘੱਲਿਆ। ਤੁਹਾਡਾ ਤੇ ਮੇਰਾ ਕੰਮ ਹੈ ਕਿ ਅਸੀਂ ਪਰਮੇਸ਼ਰ ਦੇ ਲੋਕਾਂ ਨੂੰ ਤਿਆਰ ਕਰੀਏ, ਉਹਦੀ ਦੁਲਹਨ ਨੂੰ ਤਿਆਰ ਕਰੀਏ, ਤਾਂ ਕਿ ਜਦੋਂ ਪ੍ਰਭੂ ਆਵੇ ਤਾਂ ਉਹਦੇ ਨਾਲ ਉਠਾਏ ਜਾਣ। ਸਾਡਾ ਕੰਮ ਹੈ ਸੁਸਮਾਚਾਰ ਦਾ ਪ੍ਰਚਾਰ ਕਰਨਾ, ਸੁਸਮਾਚਾਰ ਦਾ ਪ੍ਰਚਾਰ ਕੀਤਾ ਜਾਣਾ, ਕਿਉਂਕਿ ਖੁਦਾ ਦੀ ਬਾਣੀ ਦੇ ਵਿੱਚ ਲਿਖਿਆ, ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਸਿਖਾਇਆ। ਮੱਤੀ ਦੀ ਇੰਜੀਲ 24 ਅਧਿਆਇ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਪਹਿਲੀ ਨਿਸ਼ਾਨੀ ਉਸਨੇ ਇਹ ਦੱਸੀ ਕਿ ਜਦੋਂ ਅੰਤ ਸਮਾਂ ਆਏਗਾ ਤੇ ਪਹਿਲੀ ਨਿਸ਼ਾਨੀ ਇਹ ਹੈ ਕਿ ਝੂਠੇ ਭਵਿੱਖਵਕਤਾ ਉੱਠ ਖੜੇ ਹੋਣਗੇ। ਅੱਜ ਦੇ ਸਮੇਂ 'ਚ ਹਰ ਬੰਦਾ ਭਵਿੱਖਵਕਤਾ ਬਣੀ ਜਾ ਰਿਹਾ ਹੈ।
ਹਰ ਬੰਦਾ ਪ੍ਰੋਫਿਟ ਬਣੀ ਜਾ ਰਿਹਾ। ਕੋਈ ਖੁਦਾ ਦਾ ਸੇਵਕ ਬਣਨਾ ਪਸੰਦ ਨਹੀਂ ਕਰਦਾ, ਆਪਣੇ ਨਾਂ ਦੇ ਕੇ ਪਾਸਟਰ ਲਵਾਉਣਾ ਕੋਈ ਪਸੰਦ ਨਹੀਂ ਕਰ ਰਿਹਾ। ਹਰ ਬੰਦਾ ਪ੍ਰੋਫਿਟ ਬਣ ਰਿਹਾ ਹੈ, ਤੇ ਜੇ ਉਹ ਪ੍ਰੋਫਿਟ ਬਣ ਰਿਹਾ ਹੈ ਤੇ ਖੁਦਾ ਦੇ ਵਚਨ ਦੇ ਮੁਤਾਬਿਕ ਲਿਖਿਆ ਹੈ ਅੰਤ ਸਮੇਂ ਦੇ ਵਿੱਚ ਝੂਠੇ ਭਵਿੱਖਵਕਤਾ ਪ੍ਰੋਫਿਟਸ ਖੜੇ ਹੋਣਗੇ, ਜੋ ਲੋਕਾਂ ਨੂੰ ਪਰਮੇਸ਼ਰ ਦੇ ਰਸਤੇ ਤੋਂ ਪਰਮੇਸ਼ਰ ਦੇ ਵੱਲੋਂ ਮੋੜ ਲੈਣਗੇ। ਔਰ ਇਸ ਤਰ੍ਹਾਂ ਹੋ ਰਿਹਾ। ਖੁਦਾ ਦਾ ਵਚਨ ਕਹਿੰਦਾ ਮੈਂ ਇਹਨਾਂ ਨਬੀਆਂ ਨੂੰ ਨਹੀਂ ਘੱਲਿਆ ਕਿਉਂਕਿ ਇਹਨਾਂ ਨੇ ਮੇਰਾ ਵਚਨ ਕੀ ਕੀਤਾ ਹੈ, ਵਿਗਾੜ ਦਿੱਤਾ ਹੈ। ਸਾਡੀ ਡਿਊਟੀ ਹੈ ਸੁਸਮਾਚਾਰ ਸੁਣਾਈਏ। ਸੁਸਮਾਚਾਰ ਕੀ ਹੈ? ਪ੍ਰਭੂ ਯਿਸੂ ਮਸੀਹ ਦਾ ਸੰਸਾਰ ਦੇ ਵਿੱਚ ਆਉਣਾ, ਯਿਸੂ ਮਸੀਹ ਦਾ ਜਨਮ, ਯਿਸੂ ਮਸੀਹ ਦੀ ਸੇਵਕਾਈ, ਯਿਸੂ ਮਸੀਹ ਦਾ ਮਰ ਜਾਣਾ ਤੇ ਮੁਰਦਿਆਂ ਦੇ ਵਿੱਚੋਂ ਜੀ ਉੱਠਣਾ ਤੇ ਫਿਰ ਆਕਾਸ਼ ਦੇ ਉੱਤੇ ਚਲੇ ਜਾਣਾ। ਇਹ ਸੁਸਮਾਚਾਰ ਹੈ ਜੋ ਅਸੀਂ ਲੋਕਾਂ ਨੂੰ ਸੁਣਾਉਣਾ। ਯਿਸੂ ਮਸੀਹ ਦੇ ਆਉਣ ਦਾ ਕਾਰਨ ਕੀ ਹੈ, ਯਿਸੂ ਮਸੀਹ ਦੀ ਮੌਤ ਦਾ ਕਾਰਨ ਕੀ ਹੈ, ਯਿਸੂ ਮਸੀਹ ਦਾ ਜੀ ਉੱਠਣ ਦਾ ਕਾਰਨ ਕੀ ਹੈ। ਇਹ ਹੈ ਸੁਸਮਾਚਾਰ ਜਿਹੜਾ ਲੋਕਾਂ ਨੂੰ ਸੁਣਾਇਆ ਜਾਏ, ਨਾ ਕਿ ਮਨ ਦੀਆਂ ਕਹਾਣੀਆਂ। ਇਹ ਸੁਸਮਾਚਾਰ ਖੁਦਾ ਨੇ ਸਾਨੂੰ ਦਿੱਤਾ ਹੈ ਤਾਂ ਕਿ ਪਰਮੇਸ਼ਰ ਦੇ ਲਈ ਦੁਲਹਨ ਤਿਆਰ ਕੀਤੀ ਜਾਵੇ, ਤਾਂ ਕਿ ਪਰਮੇਸ਼ਰ ਦੇ ਲੋਕ ਬਚਾਏ ਜਾਣ। ਪਰ ਸਾਨੂੰ ਖੁਦਾ ਦਾ ਵਚਨ ਇਹ ਸਿਖਾਉਂਦਾ ਹੈ ਕਿ ਅਸੀਂ ਸੁਸਮਾਚਾਰ ਸੁਣਾਈਏ। ਪਰ ਖੁਦਾ ਦੀ ਬਾਣੀ ਚੋਂ ਅਸੀਂ ਕੀ ਪੜ੍ਹਿਆ? ਤੁਸੀਂ ਜਿਉਂਦੇ ਪਰਮੇਸ਼ਰ, ਸੈਨਾ ਦੇ ਯਹੋਵਾ ਸਾਡੇ ਪਰਮੇਸ਼ਰ ਦਾ ਵਚਨ ਕੀ ਕਰ ਦਿੱਤਾ ਹੈ? ਵਿਗਾੜ ਦਿੱਤਾ ਹੈ। ਖੁਦਾ ਦਾ ਵਚਨ ਵਿਗਾੜ ਦਿੱਤਾ ਗਿਆ। ਪੌਲੁਸ ਰਸੂਲ ਇਹ ਗੱਲ ਕਹਿੰਦਾ ਸੀ, ਦੇਖਾਂਗੇ ਗਲਾਤੀਆਂ 1 ਅਧਿਆਇ ਉਹਦੀ 7 ਤੇ 8 ਆਇਤ ਨੂੰ ਪੜਾਂਗੇ। ਗਲਾਤੀਆਂ 1 ਅਧਿਆਇ ਉਹਦੀ 7 ਤੇ 8 ਆਇਤ। ਪਰ ਜੇਕਰ ਅਸੀਂ ਵੀ ਜਾਂ ਸਵਰਗ ਤੋਂ ਕੋਈ ਦੂਤ ਉਸ ਦੀ ਖੁਸ਼ਖਬਰੀ ਤੋਂ ਬਿਨਾ, ਸਵਰਗ ਦੂਤ ਵੀ ਇਸ ਖੁਸ਼ਖਬਰੀ ਤੋਂ ਬਿਨਾ ਜਿਹੜੀ ਅਸੀਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖੁਸ਼ਖਬਰੀ ਸੁਣਾਵੇ ਤਾਂ ਉਹ ਸ਼ਰਾਬਤ ਹੋਵੇ। ਉਹ ਕੀ ਹੋਵੇ? ਸ਼ਰਾਬਤ ਹੋਵੇ। ਕਹਿੰਦਾ ਜਿਹੜਾ ਸੁਸਮਾਚਾਰ ਅਸੀਂ ਸੁਣਾਇਆ, ਇਸ ਤੋਂ ਇਲਾਵਾ ਭਾਵੇਂ ਅਸੀਂ ਵੀ ਹੋਈਏ, ਭਾਵੇਂ ਸਵਰਗ ਦੂਤ ਵੀ ਆ ਕੇ ਕੋਈ ਹੋਰ ਖੁਸ਼ਖਬਰੀ ਸੁਣਾਵੇ ਤੇ ਉਹ ਕੀ ਹੋਵੇ? ਸ਼ਰਾਬਤ ਹੋਵੇ। ਖੁਦਾ ਦਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਖੁਸ਼ਖਬਰੀ ਸੁਣਾਈਏ ਜੋ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ, ਜੋ ਖੁਦਾ ਦਾ ਵਚਨ ਸਾਨੂੰ ਸਿਖਾਉਂਦਾ ਹੈ। ਤੁਹਾਡੀ ਤੇ ਮੇਰੀ ਡਿਊਟੀ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਿਖਾਈਏ। ਯਰਮੀਆ ਨਬੀ ਇਸ ਜਗ੍ਹਾ ਤੇ ਇਹੀ ਗੱਲ ਕਰ ਰਿਹਾ, ਕਹਿੰਦਾ ਮੈਂ ਉਹਨਾਂ ਦੇ ਵਿਰੋਧ ਹਾਂ। ਔਰ ਯਰਮੀਆ ਨਬੀ ਸ਼ਰੇਆਮ ਉਹਨਾਂ ਨੂੰ ਕਹਿ ਰਿਹਾ, ਕਹਿੰਦਾ ਜਿਹੜੇ ਇਸ ਤਰ੍ਹਾਂ ਕਰਦੇ ਨੇ ਤੁਸੀਂ ਉਹਨਾਂ ਦੇ ਪਿੱਛੇ ਨਹੀਂ ਚੱਲਣਾ। ਅੱਜ ਸਾਨੂੰ ਖੁਦਾ ਨੇ ਆਪਣੇ ਕੰਮ ਦੇ ਲਈ ਇਸਤੇਮਾਲ ਕਰ ਰਿਹਾ ਔਰ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਲੋਕਾਂ ਨੂੰ ਅਵੇਅਰ ਕਰੀਏ ਔਰ ਪਰਮੇਸ਼ਰ ਦੇ ਵਚਨ ਦੇ ਮੁਤਾਬਿਕ ਉਹਨਾਂ ਨੂੰ ਸਿਖਾਈਏ। ਔਰ ਸੱਚਮੁੱਚ ਜੇ ਤੁਸੀਂ ਸੰਸਾਰ ਦੇ ਵਿੱਚ ਵੇਖੋ ਔਰ ਸੰਸਾਰ ਦੀਆਂ ਗੱਲਾਂ ਨੂੰ ਔਰ ਸੰਸਾਰ ਦੇ ਪਾਸਟਰਾਂ ਨੂੰ ਜੋ ਅੱਜ ਕੱਲ ਦੇ ਭਵਿੱਖਵਕਤਾ ਖਵਾਉਂਦੇ ਨੇ, ਇਸ ਬਾਈਬਲ ਦੀਆਂ ਗੱਲਾਂ ਦੇ ਨਾਲ ਮਿਲਾਈਏ ਤੇ ਬਿਲਕੁਲ ਉਲਟ ਚੱਲ ਰਹੇ ਆ, ਬਿਲਕੁਲ ਉਲਟ ਬੋਲ ਰਹੇ ਨੇ। ਕਿਉਂਕਿ ਜੋ ਖੁਦਾ ਦਾ ਵਚਨ ਕਹਿ ਰਿਹਾ ਹੈ ਉਹ ਬੋਲਿਆ ਨਹੀਂ ਜਾ ਰਿਹਾ। ਇਸ ਦਾ ਮਤਲਬ ਹੈ ਅੰਤ ਸਮਾਂ ਹੈ, ਖੁਦਾ ਦੇ ਵਚਨ ਨੂੰ ਵਿਗਾੜ ਦਿੱਤਾ ਗਿਆ ਹੈ। ਤੁਸੀਂ ਸੈਨਾ ਦੇ ਯਹੋਵਾ ਸਾਡੇ ਜਿਉਂਦੇ ਪਰਮੇਸ਼ਰ ਦੇ ਵਚਨ ਨੂੰ ਕੀ ਕਰ ਦਿੱਤਾ ਹੈ? ਵਿਗਾੜ ਦਿੱਤਾ ਹੈ। ਸੋ ਰੱਬ ਦੇ ਪਿਆਰਿਓ, ਖੁਦਾ ਦਾ ਵਚਨ ਜਿਸ ਤਰ੍ਹਾਂ ਹੈ ਉਸ ਤਰੀਕੇ ਦੇ ਨਾਲ ਅਸੀਂ ਲੈਣਾ ਹੈ, ਜਿਸ ਤਰੀਕੇ ਨਾਲ ਹੈ ਉਸ ਤਰੀਕੇ ਨਾਲ ਇਸ ਨੂੰ ਸਵੀਕਾਰ ਕਰਨਾ ਹੈ ਔਰ ਸਾਨੂੰ ਉਸੇ ਤਰੀਕੇ ਨਾਲ ਹੀ ਪ੍ਰਚਾਰ ਕਰਨਾ ਚਾਹੀਦਾ ਹੈ ਜਿਸ ਤਰੀਕੇ ਨਾਲ ਲਿਖਿਆ ਗਿਆ ਹੈ। ਔਰ ਉਹ ਜੋ ਇਹ ਬੋਲਦਾ ਹੈ, ਨਾ ਕਿ ਆਪਣੇ ਫਾਇਦੇ ਦੇ ਲਈ ਇਸ ਨੂੰ ਇਸਤੇਮਾਲ ਕਰਨਾ, ਬਲਕਿ ਖੁਦਾ ਦੇ ਕੰਮ ਦੇ ਲਈ ਜੋ ਖੁਦਾ ਦਾ ਵਚਨ ਕਹਿੰਦਾ ਹੈ ਉਸ ਤਰੀਕੇ ਨਾਲ ਹੀ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। ਹਾਲੇਲੂਇਆ। ਪ੍ਰਭੂ ਇਹਨਾਂ ਸ਼ਬਦਾਂ ਨਾਲ ਆਪ ਸਭ ਨੂੰ ਬਹੁਤ ਬਰਕਤ